ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਘੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਭਾਰਤੀਆਂ ਨੂੰ ਕਿਵੇਂ ਮਿਲੇਗਾ 2 ਸਾਲ ਦਾ ਵਰਕ ਪਰਮਿਟ? ਟੂਰਿਸਟ ਵੀਜ਼ਾ ਵਾਲਿਆਂ ਲਈ ਹੋਇਆ ਐਲਾਨ। ਜਗਮੀਤ ਸਿੰਘ ਨੇ ਚੁੱਕੇ ਵੱਡੇ ਮੁੱਦੇ, ਸਿਹਤ ਤੇ ਚੋਣਾਂ ਦਾ ਕੀਤਾ ਜ਼ਿਕਰ। ਇੱਕ ਵਿਅਕਤੀ ਤੇ ਚਾਕੂ ਨਾਲ ਹਮਲਾ, ਪੁਲਿਸ ਕਰ ਰਹੀ ਹੈ ਦੋਸ਼ੀਆਂ ਦੀ ਭਾਲ। ਆਰਸੀਐਮਪੀ ਕਮਿਸ਼ਨਰ ਨਿਯੁਕਤ ਕਰਨ ਬਾਰੇ ਬੋਲੇ ਟਰੂਡੋ, ਮੂਲ ਨਿਵਾਸੀ ਭਾਈਚਾਰੇ ਵਾਸਤੇ ਵੀ ਉੱਠੀ ਆਵਾਜ਼। ਟੂਰਿਸਟ ਵੀਜ਼ਾ ਵਾਲਿਆਂ ਨੂੰ ਹੁਣ 2 ਸਾਲ ਦਾ ਵਰਕ ਪਰਮਿਟ ਮਿਲੇਗਾ। ਜਿਹੜੇ ਭਾਰਤੀ ਟੂਰਿਸਟ ਵੀਜ਼ਾ ਦੇ ਉੱਪਰ ਕੈਨੇਡਾ ਗਏ ਨੇ ਉਹਨਾਂ ਵਾਸਤੇ ਇੱਕ ਚੰਗੀ ਖਬਰ ਸਾਹਮਣੇ ਆਈ ਹੈ। IRCC ਵੱਲੋਂ ਇਸ ਬਾਰੇ ਡਿਟੇਲ ਸਾਂਝੀ ਕਰਦਿਆਂ ਕਿਹਾ ਗਿਆ ਕਿ ਟੂਰਿਸਟ ਵੀਜ਼ਾ ਵਾਲਿਆਂ ਨੂੰ ਵੀ 2 ਸਾਲ ਦਾ ਵਰਕ ਪਰਮਿਟ ਹਾਸਲ ਕਰਨ ਦਾ ਮੌਕਾ ਮਿਲੇਗਾ। ਸਰਕਾਰ ਵੱਲੋਂ ਕਰੋਨਾ ਕਾਲ ਦੌਰਾਨ ਇਹ ਪਾਲਿਸੀ ਲਿਆਂਦੀ ਗਈ ਸੀ, ਜਿਸ ਨੂੰ ਹੁਣ ਅੱਗੇ ਵਧਾ ਦਿੱਤਾ ਗਿਆ। ਆਖਿਰਕਾਰ ਇਸ ਪਾਲਿਸੀ ਵਿੱਚ ਵਾਧਾ ਕਿਉਂ ਕੀਤਾ ਗਿਆ ਤੇ ਕਿਹਨਾਂ ਨੂੰ ਫਾਇਦਾ ਹੋਵੇਗਾ, ਇਸ ਬਾਰੇ ਸਾਰੀ ਜਾਣਕਾਰੀ ਤੁਹਾਨੂੰ ਇਸ ਖਬਰ ਵਿੱਚ ਦੇਵਾਂਗੇ। ਕੈਨੇਡਾ ਵਿੱਚ ਟੂਰਿਸਟ ਵੀਜ਼ਾ ਵਾਲੇ ਹੁਣ 2 ਸਾਲ ਦਾ ਵਰਕ ਪਰਮਿਟ ਹਾਸਲ ਕਰ ਸਕਦੇ ਨੇ। IRCC ਵੱਲੋਂ ਇਸ ਬਾਰੇ ਡਿਟੇਲਸ ਸਾਂਝੀਆਂ ਕੀਤੀਆਂ, ਜਿੱਥੇ ਉਹਨਾਂ ਨੇ ਦੱਸਿਆ ਕਿ ਜਿਹੜੇ ਟੂਰਿਸਟ ਵੀਜ਼ਾ ਦੇ ਉੱਪਰ ਕੈਨੇਡਾ ਆਏ ਨੇ ਉਹ ਕਿਵੇਂ ਵਰਕ ਪਰਮਿਟ ਹਾਸਲ ਕਰ ਸਕਦੇ ਹਨ। ਹੁਣ ਇਸ ਦੇ ਤਹਿਤ ਇੰਡੀਅਨ ਟੂਰਿਸਟ ਵੀ ਕੈਨੇਡਾ ਵਿੱਚ 2 ਸਾਲ ਦਾ ਵਰਕ ਪਰਮਿਟ ਲੈ ਸਕਣਗੇ। ਦੱਸੀਏ ਕਿ ਕੈਨੇਡਾ ਸਰਕਾਰ ਵੱਲੋਂ ਜੋ ਕੋਵਿਡ ਦੌਰਾਨ ਪਾਲਿਸੀ ਲਿਆਂਦੀ ਗਈ ਉਸ ਨੂੰ ਫਰਵਰੀ 2023 ਦੌਰਾਨ ਖਤਮ ਕੀਤਾ ਜਾਣਾ ਸੀ, ਪਰ ਕੈਨੇਡਾ ਸਰਕਾਰ ਨੇ ਫੈਸਲਾ ਲਿਆ ਕਿ ਸਾਲ 2025 ਤੱਕ ਇਸ ਨੂੰ ਜਾਰੀ ਰੱਖਿਆ ਜਾਵੇਗਾ। ਹੁਣ ਸਵਾਲ ਉੱਠਦਾ ਹੈ ਕਿ ਸਰਕਾਰ ਵੱਲੋਂ ਇਹ ਫੈਸਲਾ ਕਿਉਂ ਲਿਆ ਗਿਆ, ਤਾਂ ਇਸ ਦਾ ਜਵਾਬ ਹੈ ਲੇਬਰ ਦੀ ਘਾਟ। ਮੌਜੂਦਾ ਸਮੇਂ ਕੈਨੇਡਾ ਵਿੱਚ ਜੋ ਲੇਬਰ ਦੀ ਘਾਟ ਹੈ ਉਸ ਨੂੰ ਪੂਰਾ ਕਰਨ ਵਾਸਤੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਵੀ ਕਈ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਨੇ, ਜਿਸ ਦੇ ਤਹਿਤ IRCC ਵੱਲੋਂ ਕਿਹਾ ਗਿਆ ਕਿ ਉਹ ਆਪਣੀ ਪਾਲਿਸੀ ਦੇ ਵਿੱਚ ਸਾਲ 2025 ਤੱਕ ਵਾਧਾ ਕਰਨ ਜਾ ਰਹੇ ਨੇ, ਜਿਸ ਰਾਹੀਂ ਟੂਰਿਸਟ ਵੀਜ਼ਾ ਵਾਲੇ 2 ਸਾਲ ਦਾ ਵਰਕ ਪਰਮਿਟ ਲੈ ਸਕਦੇ ਨੇ। ਇੱਥੇ ਇਹ ਵੀ ਦੱਸਣਯੋਗ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ ਜੁੜਿਆ ਹੋਇਆ ਵੀ ਵਿਭਾਗ ਵੱਲੋਂ ਵੱਡਾ ਐਲਾਨ ਕੀਤਾ ਗਿਆ ਸੀ, ਜਿੱਥੇ ਉਹਨਾਂ ਨੇ ਲੇਬਰ ਦੀ ਘਾਟ ਨੂੰ ਧਿਆਨ ਵਿੱਚ ਰੱਖਦਿਆਂ ਇਹ ਕਿਹਾ ਗਿਆ ਕਿ ਹੁਣ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਉੱਪਰ ਕੁਝ ਘੰਟੇ ਕੰਮ ਕਰਨ ਦੀ ਸ਼ਰਤ ਲਾਗੂ ਨਹੀਂ ਰਹੇਗੀ। ਇਸ ਸ਼ਰਤ ਨੂੰ ਖਤਮ ਕਰ ਦਿੱਤਾ ਗਿਆ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਵੀ ਇਸ ਦਾ ਸਵਾਗਤ ਕੀਤਾ ਗਿਆ ਤੇ ਹੁਣ ਇਸੇ ਸੰਬੰਧ ਵਿੱਚ ਇੱਕ ਵੱਡਾ ਐਲਾਨ ਹੋਇਆ, ਜਿੱਥੇ ਟੂਰਿਸਟ ਵੀਜ਼ਾ ਵਾਲੇ ਵੀ ਵਰਕ ਪਰਮਿਟ ਹਾਸਲ ਕਰ ਸਕਦੇ ਨੇ। ਐਡੀਬੀ ਲੀਡਰ ਜਗਮੀਤ ਸਿੰਘ ਵੱਲੋਂ ਕਈ ਵੱਡੇ ਮੁੱਦੇ ਚੁੱਕੇ ਗਏ ਨੇ। ਚੋਣਾਂ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਦੀ ਗੱਲ ਅਤੇ ਨਾਲ ਹੀ ਹੈਲਥ ਕੇਅਰ ਦੇ ਬਾਰੇ ਉਹ ਗੱਲ ਕਰਦੇ ਹੋਏ ਦਿਖਾਈ ਦਿੱਤੇ। ਨਿਊਜ਼ ਕਾਨਫਰੰਸ ਦੇ ਵਿੱਚ ਜਗਮੀਤ ਸਿੰਘ ਨੇ ਆਪਣਾ ਪੱਖ ਰੱਖਿਆ ਤੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਨੇ। ਐਡੀਬੀ ਲੀਡਰ ਜਗਮੀਤ ਸਿੰਘ ਵੱਲੋਂ ਕਈ ਮੁੱਦੇ ਚੁੱਕੇ ਗਏ। ਉਹਨਾਂ ਨੇ ਹੈਲਥ ਕੇਅਰ ਅਤੇ ਚੋਣਾਂ ਦੇ ਵਿੱਚ ਹੋਈ ਇੰਟਰਫੇਰੈਂਸ ਦਾ ਜ਼ਿਕਰ ਕਰਦਿਆਂ ਆਪਣੇ ਵਿਚਾਰ ਸਾਂਝੇ ਕੀਤੇ ਨੇ। ਜਗਮੀਤ ਸਿੰਘ ਵੱਲੋਂ ਇਹ ਸਾਰੇ ਮੁੱਦੇ ਨਿਊਜ਼ ਕਾਨਫਰੰਸ ਦੌਰਾਨ ਚੁੱਕੇ ਗਏ ਨੇ ਤੇ ਉਹਨਾਂ ਦਾ ਕੀ ਕਹਿਣਾ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ। Today our opposition day motion vote will be held and parliamentarians will have a choice to make. We believe that our healthcare system should be public, should be universal, should be there for people when they need it. You shouldn't have to do a GoFundMe page or raise money for a surgery. You shouldn't have to pay out of pocket to get the care you need. Sadly, that is not where we're at today. Right now, many people are pulling out their credit cards instead of their health cards to get care. We've got examples of people spending $30,000 for a surgery by going to a neighboring province and people spending over $70 to see a family doctor. While the Conservatives are applauding this because this is right out of their playbook, they want to bring in more for-profit care, no matter how much that harms the system. What is concerning is the major flip-flop of Prime Minister Trudeau, who in the last campaigned against for-profit care, saying it would be bad for Canadians, and we agreed. But now he's done a major flip-flop and said that, in fact, for-profit care is good and has applauded the moves of Prime Minister or premiers that are bringing in for-profit care. So parliamentarians will have a choice today in Parliament. Will they choose to be on the side of a public universal health care or on the side of for-profit care? As Prime Minister, I've made my position very clear. I will continue to fight for a universal healthcare system where we invest in our healthcare workers, we retain, we respect, and hire and recruit more healthcare workers to deal with the problem. Or and parliamentarians can choose that option, which is what Canadians want, a healthcare system that's there for them, or they can choose a for-profit option, which will cannibalize healthcare workers in the public sector. It will pull more workers from our already overburdened healthcare centers, our emergency rooms, our children's hospitals, and will only make the wait times longer and will make increased costs. People end up paying out of pocket. That's a choice in front of parliamentarians today. During the opposition day motion vote. ਕੁਝ ਲੋਕਾਂ ਵੱਲੋਂ ਇੱਕ ਵਿਅਕਤੀ ਉੱਪਰ ਚਾਕੂ ਨਾਲ ਹਮਲਾ ਕੀਤਾ ਗਿਆ। ਚਾਕੂ ਨਾਲ ਹਮਲਾ ਕੀਤੇ ਜਾਣ ਦੀ
ਇਸ ਘਟਨਾ ਦੇ ਸੰਬੰਧ ਵਿੱਚ ਪੁਲਿਸ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਆਖਿਰਕਾਰ ਵਿਅਕਤੀ ਦੇ ਉੱਪਰ ਚਾਕੂ ਨਾਲ ਹਮਲਾ ਕਿਉਂ ਕੀਤਾ ਗਿਆ ਤੇ ਕਿਹਨਾਂ ਵੱਲੋਂ ਕੀਤਾ ਗਿਆ, ਇਹ ਸਭ ਕੁਝ ਪੁਲਿਸ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇੱਕ ਵਿਅਕਤੀ ਦੇ ਉੱਪਰ ਕੁਝ ਲੋਕਾਂ ਵੱਲੋਂ ਹਮਲਾ ਕੀਤਾ ਗਿਆ। ਚਾਕੂ ਲੱਗਣ ਕਾਰਨ ਇਸ ਵਿਅਕਤੀ ਦੀ ਜਾਨ ਚਲੀ ਗਈ ਹੈ। ਪੁਲਿਸ ਅਧਿਕਾਰੀਆਂ ਵੱਲੋਂ ਇਸ ਬਾਰੇ ਹੁਣ ਤੱਕ ਦੀ ਡਿਟੇਲ ਜਨਤਕ ਕੀਤੀ ਗਈ, ਜਿੱਥੇ ਦੱਸਿਆ ਗਿਆ ਕਿ ਇਹ ਮਾਮਲਾ ਡਾਊਨਟਾਊਨ ਟੋਰਾਂਟੋ ਦੇ ਨਾਲ ਜੁੜਿਆ ਹੋਇਆ ਹੈ, ਜਿੱਥੇ ਚਾਕੂ ਨਾਲ ਹਮਲਾ ਕੀਤੇ ਜਾਣ ਤੋਂ ਬਾਅਦ ਵਿਅਕਤੀ ਨੇ ਦਮ ਤੋੜ ਦਿੱਤਾ। ਅਧਿਕਾਰੀਆਂ ਨੂੰ ਇਸ ਮਾਮਲੇ ਬਾਰੇ 1 ਵਜੇ ਦੇ ਕਰੀਬ ਕੁਈਨ ਅਤੇ ਸ਼ਾਰਬੋਨੀ ਸਟਰੀਟਸ ਦੇ ਨੇੜਿਓਂ ਜਾਣਕਾਰੀ ਮਿਲੀ। ਇਨਵੈਸਟੀਗੇਟਰਸ ਦੇ ਦੱਸਣ ਮੁਤਾਬਕ 3 ਜਾਣਿਆਂ ਦੇ ਗਰੁੱਪ ਵੱਲੋਂ ਪੀੜਤ ਦੇ ਉੱਪਰ ਹਮਲਾ ਕੀਤਾ ਗਿਆ ਤੇ ਉਹਨਾਂ ਨੇ ਪੀੜਤ ਤੇ ਚਾਕੂ ਨਾਲ ਵਾਰ ਕੀਤਾ। ਜਦੋਂ ਪੁਲਿਸ ਅਧਿਕਾਰੀ ਮੌਕੇ ਵਾਲੀ ਥਾਂ ਦੇ ਉੱਪਰ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਇਸ ਪੀੜਤ ਦੇ ਉੱਪਰ ਹਮਲਾ ਕੀਤਾ ਗਿਆ ਸੀ। ਫਿਰ ਪੀੜਤ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਪਰ ਹਸਪਤਾਲ ਵਿੱਚ ਉਸਨੇ ਦਮ ਤੋੜ ਦਿੱਤਾ। ਫਿਲਹਾਲ ਅਧਿਕਾਰੀਆਂ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਪੀੜਤ ਦੇ ਉੱਪਰ ਚਾਕੂ ਨਾਲ ਵਾਰ ਕਿਉਂ ਕੀਤਾ ਗਿਆ। ਇਸ ਤੋਂ ਇਲਾਵਾ ਪੁਲਿਸ ਅਧਿਕਾਰੀਆਂ ਨੇ ਕੋਈ ਬਹੁਤੀ ਅਪਡੇਟ ਜਨਤਕ ਨਹੀਂ ਕੀਤੀ। ਉਹਨਾਂ ਵੱਲੋਂ ਪੀੜਤ ਤੇ ਸਸਪੈਕਟ ਬਾਰੇ ਕੋਈ ਬਹੁਤੀ ਇਨਫੋਰਮੇਸ਼ਨ ਸਾਂਝੀ ਨਹੀਂ ਕੀਤੀ ਗਈ। ਮਾਮਲੇ ਦੀ ਜਾਂਚ ਹੁਣ ਹੋਮਿਸਾਈਡ ਯੂਨਿਟ ਵੱਲੋਂ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਘਟਨਾ ਦੇ ਬਾਰੇ ਕੁਝ ਵੀ ਪਤਾ ਹੋਵੇ ਤਾਂ ਪੁਲਿਸ ਨਾਲ ਜ਼ਰੂਰ ਸੰਪਰਕ ਕਰਨ ਤੇ ਉਹਨਾਂ ਨਾਲ ਜਾਣਕਾਰੀ ਸਾਂਝੀ ਕਰਨ। ਫਿਲਹਾਲ ਇਸ ਘਟਨਾ ਦੇ ਸੰਬੰਧ ਵਿੱਚ ਜਾਂਚ ਪੜਤਾਲ ਜਾਰੀ ਹੈ। ਆਰਸੀਐਮਪੀ ਕਮਿਸ਼ਨਰ ਦੀ ਨਿਯੁਕਤੀ ਨੂੰ ਲੈ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਇੱਕ ਬਿਆਨ ਸਾਹਮਣੇ ਆਇਆ, ਜਿੱਥੇ ਮੂਲ ਨਿਵਾਸੀ ਭਾਈਚਾਰੇ ਨੂੰ ਲੈ ਕੇ ਵੀ ਚਰਚਾ ਹੋ ਰਹੀ ਹੈ ਤੇ ਇਸ ਬਾਰੇ ਗੱਲ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਨੂੰ ਇੱਕ ਚੰਗਾ ਵਿਚਾਰ ਦੱਸਿਆ ਗਿਆ ਹੈ। ਜਲਦ ਹੀ ਆਰਸੀਐਮਪੀ ਦੇ ਨਵੇਂ ਕਮਿਸ਼ਨਰ ਦੀ ਚੋਣ ਕੀਤੀ ਜਾਵੇਗੀ। ਆਰਸੀਐਮਪੀ ਕਮਿਸ਼ਨਰ ਦੀ ਨਿਯੁਕਤੀ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵੱਡਾ ਬਿਆਨ ਸਾਹਮਣੇ ਹੈ, ਜਿੱਥੇ ਉਹਨਾਂ ਨੇ ਇਸ ਨੂੰ ਇੱਕ ਸ਼ਾਨਦਾਰ ਕਦਮ ਦੱਸਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਮੂਲ ਨਿਵਾਸੀ ਪਿਛੋਕੜ ਤੋਂ ਆਰਸੀਐਮਪੀ ਕਮਿਸ਼ਨਰ ਨਿਯੁਕਤ ਕਰਨਾ ਇੱਕ ਵੱਡਾ ਸ਼ਾਨਦਾਰ ਵਿਚਾਰ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਹ ਇਸ ਅਹੁਦੇ ਵਾਸਤੇ ਪਿਛੋਕੜ ਨੂੰ ਵਿਚਾਰਨ ਤੋਂ ਜੁਦਾ ਸਹੀ ਆਗੂ ਨਿਯੁਕਤ ਕਰਨ ਦੀ ਕੋਸ਼ਿਸ਼ ਵਿੱਚ ਹਨ। ਨਿਊਜ਼ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਨੇ ਇਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ, ਜਿੱਥੇ ਪਹਿਲੀ ਵਾਰੀ ਇੱਕ ਮੂਲ ਨਿਵਾਸੀ ਕਮਿਸ਼ਨਰ ਨਿਯੁਕਤ ਕਰਨ ਬਾਰੇ ਪ੍ਰਧਾਨ ਮੰਤਰੀ ਨੂੰ ਸਵਾਲ ਪੁੱਛਿਆ ਗਿਆ। ਦਰਅਸਲ ਇਸ ਵਿਚਾਰ ਦੇ ਸਮਰਥਕ ਇਸ ਨੂੰ ਪੁਲਿਸ ਅਤੇ ਮੂਲ ਨਿਵਾਸੀ ਭਾਈਚਾਰੇ ਵਿਚਕਾਰ ਕਦੇ-ਕਦੇ ਤਣਾਅਪੂਰਨ ਹੋ ਜਾਣ ਵਾਲੇ ਰਿਸ਼ਤਿਆਂ ਨੂੰ ਠੀਕ ਕਰਨ ਦੇ ਇੱਕ ਤਰੀਕੇ ਵਜੋਂ ਦੇਖਦੇ ਹਨ। ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਇੱਕ ਸ਼ਾਨਦਾਰ ਵਿਚਾਰ ਹੈ। ਸਾਨੂੰ ਹੋਰ ਵਿਭਿੰਨਤਾ ਵੱਲ ਬਿਲਕੁਲ ਧਿਆਨ ਦੇਣਾ ਚਾਹੀਦਾ ਹੈ। ਸਾਨੂੰ ਉਹਨਾਂ ਸੰਸਥਾਵਾਂ ਦੀ ਅਗਵਾਈ ਕਰਨ ਵਾਸਤੇ ਮੂਲ ਨਿਵਾਸੀ ਆਵਾਜ਼ਾਂ ਨੂੰ ਅੱਗੇ ਲਿਆਉਣਾ ਬਿਲਕੁਲ ਧਿਆਨ ਦੇਣਾ ਚਾਹੀਦਾ ਹੈ। ਉਹ ਕਹਿੰਦੇ ਨੇ ਕਿ ਮੈਂ ਇਹ ਲੱਭਣ ਦਾ ਮਹੱਤਵਪੂਰਨ ਕੰਮ ਕਰਨ ਦੀ ਉਮੀਦ ਕਰਦਾ ਹਾਂ ਕਿ ਆਰਸੀਐਮਪੀ ਦਾ ਅਗਲਾ ਕਮਿਸ਼ਨਰ ਬਣਨ ਵਾਸਤੇ ਸਹੀ ਆਗੂ ਕੌਣ ਹੋਵੇਗਾ, ਭਾਵੇਂ ਉਹਨਾਂ ਦਾ ਪਿਛੋਕੜ ਕੁਝ ਵੀ ਹੋਵੇ। ਦੱਸ ਦਈਏ ਕਿ ਆਰਸੀਐਮਪੀ ਦੇ ਅੰਦਰ ਮੂਲ ਨਿਵਾਸੀ ਪ੍ਰਤੀਨਿਧਤਾ ਪਿਛਲੇ ਦਹਾਕੇ ਤੋਂ ਹੌਲੀ-ਹੌਲੀ ਘਟ ਰਹੀ ਹੈ। ਇਸ ਦਾ ਮਤਲਬ ਹੈ ਕਿ ਆਰਸੀਐਮਪੀ ਦੇ ਅੰਦਰ ਮੂਲ ਨਿਵਾਸੀ ਉਮੀਦਵਾਰ ਦਾ ਉਪਲਬਧ ਪੂਲ ਬਹੁਤ ਵੱਡਾ ਨਹੀਂ ਹੈ। ਸਾਲ 2021 ਦੇ ਅੰਕੜਿਆਂ ਮੁਤਾਬਕ ਆਰਸੀਐਮਪੀ ਦੇ ਰੈਗੂਲਰ ਮੈਂਬਰਾਂ ਤੋਂ 7% ਹੀ ਮੂਲ ਨਿਵਾਸੀ ਨੇ। ਆਰਸੀਐਮਪੀ ਮੁਲਾਜ਼ਮਾਂ ਦੀ ਪਹਿਚਾਣ ਦੀ ਗੁਪਤਤਾ ਦਾ ਹਵਾਲਾ ਦਿੰਦਿਆਂ ਮੂਲ ਨਿਵਾਸੀ ਲੋਕਾਂ ਦੀ ਗਿਣਤੀ ਬਾਰੇ ਡਾਟਾ ਪ੍ਰਕਾਸ਼ਿਤ ਨਹੀਂ ਕੀਤਾ ਗਿਆ। ਫੈਡਰੇਸ਼ਨ ਆਫ ਸੋਵਰੇਨ ਇੰਡੀਜੀਅਸ ਨੇਸ਼ਨਸ ਦੇ ਚੀਫ ਨੇ ਕਿਹਾ ਕਿ ਜੂਨੀਅਰ ਅਫਸਰਾਂ ਵਜੋਂ ਮੂਲ ਨਿਵਾਸੀ ਭਰਤੀਆਂ ਵੱਲ ਧਿਆਨ ਕੇਂਦਰਿਤ ਕਰਨਾ ਆਰਸੀਐਮਪੀ ਦੇ ਅੰਦਰ ਪੱਖਪਾਤ ਅਤੇ ਨਸਲਵਾਦ ਦਾ ਮੁਕਾਬਲਾ ਕਰਨ ਵਾਸਤੇ ਕਾਫੀ ਨਹੀਂ ਹੋਵੇਗਾ। ਦੱਸ ਦਈਏ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਆਰਸੀਐਮਪੀ ਦਾ ਨਵਾਂ ਕਮਿਸ਼ਨਰ ਨਿਯੁਕਤ ਕਰਨ ਵਾਸਤੇ ਇੱਕ ਸੁਤੰਤਰ ਪ੍ਰਕਿਰਿਆ ਸਥਾਪਿਤ ਕੀਤੀ ਜਾਵੇਗੀ। ਪਿਛਲੇ ਮਹੀਨੇ ਕਮਿਸ਼ਨਰ ਬ੍ਰੈਡਾ ਨੇ ਐਲਾਨ ਕੀਤਾ ਕਿ ਉਹ ਸੇਵਾ ਮੁਕਤ ਹੋ ਗਏ ਨੇ। 17 ਮਾਰਚ ਨੂੰ ਬ੍ਰੈਡਾ ਦਾ ਨੌਕਰੀ ਤੇ ਆਖਰੀ ਦਿਨ ਸੀ। ਨਿੱਜੀ ਕਾਰਨਾਂ ਨੂੰ ਦੱਸਦਿਆਂ ਉਹਨਾਂ ਨੇ ਆਪਣੇ ਅਹੁਦੇ ਨੂੰ ਛੱਡਣ ਦਾ ਐਲਾਨ ਕੀਤਾ। ਓਨਟਾਰੀਓ ਦੀ ਲਿਬਰਲ ਪਾਰਟੀ ਵੱਲੋਂ ਆਪਣੀ ਨਵੀਂ ਲੀਡਰ ਦੀ ਚੋਣ ਕੀਤੀ ਗਈ ਹੈ। ਇਸ ਲੀਡਰ ਨੂੰ ਹੁਣ ਅਹਿਮ ਜ਼ਿੰਮੇਵਾਰੀ ਮਿਲ ਗਈ ਹੈ। ਪਹਿਲਾਂ ਵੀ ਉਹ ਕਈ ਅਹੁਦਿਆਂ ਦੇ ਉੱਪਰ ਰਹਿ ਚੁੱਕੇ ਨੇ, ਪਰ ਕਈ ਚੋਣਾਂ ਦੇ ਵਿੱਚ ਉਹਨਾਂ ਨੂੰ ਹਾਰ ਦਾ ਵੀ ਸਾਹਮਣਾ ਕਰਨਾ ਪਿਆ। ਹੁਣ ਪਾਰਟੀ ਵੱਲੋਂ ਕਿਸ ਨੂੰ ਲੀਡਰ ਦੇ ਤੌਰ ਦੇ ਉੱਪਰ ਚੁਣਿਆ ਗਿਆ ਹੈ, ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਓਨਟਾਰੀਓ ਦੀ ਲਿਬਰਲ ਪਾਰਟੀ ਨੇ ਕੈਥਰੀਨ ਨੂੰ ਆਪਣੀ ਨਵੀਂ ਲੀਡਰ ਚੁਣਿਆ ਹੈ। ਜੀ ਹਾਂ, ਓਨਟਾਰੀਓ ਦੀ ਸਾਬਕਾ ਲਿਬਰਲ ਕੈਬਨਿਟ ਮੰਤਰੀ ਅਤੇ ਮਿਊਨਿਸਪਲ ਲੀਡਰ ਹੁਣ ਲਿਬਰਲ ਪਾਰਟੀ ਦੀ ਨਵੀਂ ਲੀਡਰ ਬਣ ਗਈ ਹੈ। ਹੈਮਿਲਟਨ ਵਿੱਚ ਐਤਵਾਰ ਨੂੰ ਪਾਰਟੀ ਵੱਲੋਂ ਸਾਲਾਨਾ ਜਨਰਲ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਦੇ ਅੰਤਿਮ ਦਿਨ ਪਾਰਟੀ ਲੀਡਰ ਲਈ ਕੈਥਰੀਨ ਦਾ ਨਾਮ ਐਲਾਨ ਕਰ ਦਿੱਤਾ ਗਿਆ। ਓਨਟਾਰੀਓ ਦੀ ਸਾਬਕਾ ਪ੍ਰੀਮੀਅਰ ਕੈਥਲੀਨ ਵਿਨ ਦੀ ਸਰਕਾਰ ਵਿੱਚ ਮੈਗਰੀ ਨੇ ਮਿਨਿਸਟਰ ਆਫ ਨੈਚੁਰਲ ਰਿਸੋਰਸਸ ਐਂਡ ਟਰਾਂਸਪੋਰਟੇਸ਼ਨ ਮਿਨਿਸਟਰ ਦੀ ਸੇਵਾ ਵੀ ਨਿਭਾਈ ਸੀ, ਪਰ ਸਾਲ 2018 ਵਿੱਚ ਹੁਣ ਕੈਂਬਰਿਜ ਦੀ ਆਪਣੀ ਰਾਈਡਿੰਗ ਤੋਂ ਉਹ ਹਾਰ ਗਏ। ਫਿਰ ਇੱਕ ਕਾਰਜਕਾਲ ਵਾਸਤੇ ਕੈਂਬਰਿਜ ਦੀ ਮੇਅਰ ਉਹ ਬਣੇ ਅਤੇ ਪਿਛਲੇ ਸਾਲ ਅਕਤੂਬਰ ਵਿੱਚ ਹੋਈਆਂ ਚੋਣਾਂ ਦੌਰਾਨ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਓਨਟਾਰੀਓ ਲਿਬਰਲ ਪਾਰਟੀ ਦੀ ਨਵੀਂ ਐਗਜ਼ੈਕਟਿਵ ਟੀਮ ਵੀ ਤਿਆਰ ਕੀਤੀ ਗਈ ਹੈ, ਜਿਸ ਵਿੱਚ ਡੈਮੀਅਨ ਐਗਜ਼ੈਕਟਿਵ ਵਾਈਸ ਪ੍ਰੈਜ਼ੀਡੈਂਟ, ਪੰਕਜ ਸੰਧੂ ਨੂੰ ਸੈਕਟਰੀ ਅਤੇ ਟਿਮ ਸ਼ਾਟਲ ਨੂੰ ਟ੍ਰੈਜ਼ਰ ਬਣਾਇਆ ਗਿਆ ਹੈ। ਨਵੀਂ ਟੀਮ ਵਿੱਚ ਸਭ ਤੋਂ ਪਹਿਲਾਂ ਲੀਡਰਸ਼ਿਪ ਰੇਸ ਦੇ ਨਿਯਮ ਅਤੇ ਟਾਈਮਲਾਈਨ ਤੈਅ ਕੀਤੀ ਜਾਵੇਗੀ, ਜਿਸ ਵਿੱਚ ਇੱਕ ਮੈਂਬਰ ਇੱਕ ਵੋਟ ਸਿਸਟਮ ਦੀ ਵਰਤੋਂ ਕੀਤੀ ਜਾਵੇਗੀ। ਸ਼ਨੀਵਾਰ ਨੂੰ ਪਾਰਟੀ ਮੈਂਬਰਾਂ ਨੇ ਪ੍ਰਤੀਨਿਧਤਾ ਵਾਲੀ ਕਨਵੈਨਸ਼ਨ ਦੀ ਬਜਾਏ ਇੱਕ ਮੈਂਬਰ ਇੱਕ ਵੋਟ ਸਿਸਟਮ ਦੇ ਪੱਖ ਵਿੱਚ ਵੋਟ ਪਾਈ ਸੀ। ਘਰ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੌਰਾਨ ਇੱਕ ਵਿਅਕਤੀ ਦੀ ਜਾਨ ਚਲੀ ਗਈ। ਅਧਿਕਾਰੀਆਂ ਵੱਲੋਂ ਇਹ ਕਾਰਨ ਪਤਾ ਲਗਾਉਣ ਦੀ ਕੋਸ਼ਿਸ਼ ਜਾਰੀ ਹੈ ਕਿ ਘਰ ਵਿੱਚ ਆਖਿਰਕਾਰ ਅੱਗ ਕਿਵੇਂ ਲੱਗੀ। ਇਸ ਤੋਂ ਇਲਾਵਾ ਆਫੀਸਰਸ ਵੱਲੋਂ ਜੋ ਕੁਝ ਵੀ ਦੱਸਿਆ ਗਿਆ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਓਸ਼ਾਵਾ ਦੇ ਘਰ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਇੱਕ ਵਿਅਕਤੀ ਦੀ ਜਾਨ ਚਲੀ ਗਈ। ਪੁਲਿਸ ਅਧਿਕਾਰੀਆਂ ਵੱਲੋਂ ਇਸ ਘਟਨਾ ਦੇ ਸੰਬੰਧ ਵਿੱਚ ਵਧੇਰੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਜਿੱਥੇ ਉਹਨਾਂ ਨੂੰ ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਘਰ ਵਿੱਚ ਅੱਗ ਕਿਵੇਂ ਲੱਗੀ। ਅਧਿਕਾਰੀਆਂ ਦੇ ਦੱਸਣ ਮੁਤਾਬਕ ਇਹ ਮਾਮਲਾ 10 ਵਜੇ ਦੇ ਕਰੀਬ ਆਲਿਵ ਐਵਨਿਊ ਤੇ ਸਿਮਕੋ ਸਟਰੀਟ ਦੇ ਨੇੜਿਓਂ ਸਾਹਮਣੇ ਆਇਆ। ਆਫੀਸਰਸ ਜਦੋਂ ਮੌਕੇ ਵਾਲੀ ਥਾਂ ਦੇ ਉੱਪਰ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਘਰ ਵਿੱਚੋਂ ਧੂੰਆਂ ਨਿਕਲ ਰਿਹਾ ਸੀ ਤੇ ਫਿਰ ਤੁਰੰਤ ਉਹਨਾਂ ਵੱਲੋਂ ਇੱਥੇ ਰਾਹਤ ਕਾਰਜ ਚਲਾਇਆ ਗਿਆ। ਫਿਲਹਾਲ ਇਹ ਪਤਾ ਲਗਾਉਣ ਦੀ ਕੋਸ਼ਿਸ਼ ਜਾਰੀ ਹੈ ਕਿ ਘਰ ਵਿੱਚ ਅੱਗ ਕਿਵੇਂ ਲੱਗੀ। ਇਸ ਤੋਂ ਇਲਾਵਾ ਦੱਸਿਆ ਗਿਆ ਕਿ ਘਰ ਵਿੱਚ ਸਮੋਕ ਡਿਟੈਕਟਰਸ ਵੀ ਲੱਗੇ ਹੋਏ ਸਨ। ਫਿਲਹਾਲ ਇਸ ਘਟਨਾ ਦੇ ਸੰਬੰਧ ਵਿੱਚ ਜਿਸ ਵਿਅਕਤੀ ਦੀ ਜਾਨ ਗਈ ਹੈ ਉਸ ਬਾਰੇ ਕੋਈ ਬਹੁਤੀ ਡਿਟੇਲ ਜਨਤਕ ਨਹੀਂ ਕੀਤੀ ਗਈ। ਅਧਿਕਾਰੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਇਸ ਸੰਬੰਧ ਵਿੱਚ ਵਧੇਰੇ ਜਾਂਚ ਪੜਤਾਲ ਕਰ ਰਹੇ ਨੇ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਘਰ ਵਿੱਚ ਅੱਗ ਕਿਵੇਂ ਲੱਗੀ। ਇਸ ਤੋਂ ਇਲਾਵਾ ਕੋਈ ਬਹੁਤੀ ਜਾਣਕਾਰੀ ਉਨ੍ਹਾਂ ਵੱਲੋਂ ਜਨਤਕ ਨਹੀਂ ਕੀਤੀ ਗਈ। ਮਾਮਲੇ ਦੀ ਇਨਵੈਸਟੀਗੇਸ਼ਨ ਜਾਰੀ ਹੈ, ਜਿਸ ਤੋਂ ਬਾਅਦ ਅਗਲੀ ਅਪਡੇਟ ਦਿੱਤੀ ਜਾਵੇਗੀ। ਫੈਡਰਲ ਸਰਕਾਰ ਵੱਲੋਂ ਟਿਕਟੌਕ ਨੂੰ ਬੈਨ ਕਰਨ ਦਾ ਐਲਾਨ ਕੀਤਾ ਗਿਆ, ਜਿਸ ਤੋਂ ਬਾਅਦ ਕਈ ਫੈਡਰਲ ਡਿਵਾਈਸਿਸ ਤੋਂ ਟਿਕਟੌਕ ਨੂੰ ਹਟਾ ਦਿੱਤਾ ਗਿਆ ਹੈ। ਪਰ ਇੱਕ ਸਮਾਗਮ ਦੇ ਵਿੱਚ ਟਿਕਟੌਕ ਅਜੇ ਵੀ ਸਪਾਂਸਰ ਬਣਿਆ, ਜਿਸ ਬਾਰੇ ਪੱਖ ਰੱਖਿਆ ਗਿਆ ਕਿ ਆਖਿਰਕਾਰ ਉਨ੍ਹਾਂ ਵੱਲੋਂ ਇਸ ਸਪਾਂਸਰਸ਼ਿਪ ਨੂੰ ਕਿਉਂ ਬਰਕਰਾਰ ਰੱਖਿਆ ਗਿਆ। ਟਿਕਟੌਕ ਦੇ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਸੁਰੱਖਿਆ ਖਦਸ਼ਿਆਂ ਦੇ ਬਾਵਜੂਦ ਬ੍ਰੌਡਬੈਂਡ ਇੰਸਟੀਚਿਊਟ ਦੀ ਕਾਨਫਰੰਸ ਵਿੱਚ ਟਿਕਟੌਕ ਸਪਾਂਸਰ ਬਣਿਆ ਰਹੇਗਾ। ਜੀ ਹਾਂ, ਬ੍ਰੌਡਬੈਂਡ ਇੰਸਟੀਚਿਊਟ ਟਿਕਟੌਕ ਨੂੰ ਲੈ ਕੇ ਫੈਡਰਲ ਸਰਕਾਰ ਦੀਆਂ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਦੇ ਬਾਵਜੂਦ ਆਪਣੀ ਆਉਣ ਵਾਲੀ ਕਾਨਫਰੰਸ ਵਿੱਚ ਟਿਕਟੌਕ ਨੂੰ ਇੱਕ ਸਪਾਂਸਰ ਵਜੋਂ ਬਰਕਰਾਰ ਰੱਖ ਰਿਹਾ ਹੈ। ਬ੍ਰੌਡਬੈਂਡ ਇੰਸਟੀਚਿਊਟ ਇੱਕ ਪਾਲਿਸੀ ਥਿੰਕ ਟੈਂਕ ਹੈ ਤੇ ਬੁੱਧਵਾਰ ਨੂੰ ਆਟਵਾ ਵਿੱਚ ਇਸ ਦੀ ਸਾਲਾਨਾ ਕਾਨਫਰੰਸ ਆਯੋਜਿਤ ਕੀਤੀ ਜਾਵੇਗੀ। ਅਦਾਰੇ ਦੇ ਐਗਜ਼ੈਕਟਿਵ ਡਾਇਰੈਕਟਰ ਨੇ ਕਿਹਾ ਕਿ ਸਾਡੀ ਇੱਕ ਫੰਡ ਰੇਜ਼ਿੰਗ ਪਹੁੰਚ ਹੈ ਜੋ ਸਪਸ਼ਟ ਕਰਦੀ ਹੈ ਕਿ ਸਪਾਂਸਰ ਸੰਸਥਾ ਨੂੰ ਨਿਰਦੇਸ਼ਿਤ ਨਹੀਂ ਕਰਦੇ ਅਤੇ ਸਾਡਾ ਚੰਗਾ ਕੰਮ ਆਪ ਮੂੰਹੋਂ ਬੋਲਦਾ ਹੈ। ਅਸੀਂ ਇਸ ਖਬਰ ਤੇ ਨਜ਼ਰ ਰੱਖਾਂਗੇ ਅਤੇ ਕੁਝ ਜੇਕਰ ਨਵਾਂ ਹੋਇਆ ਤਾਂ ਜੇਕਰ ਕੁਝ ਖਾਸ ਦੋਸ਼ ਸਾਹਮਣੇ ਆਉਂਦੇ ਨੇ ਤਾਂ ਸਪਸ਼ਟ ਤੌਰ ਤੇ ਅਸੀਂ ਦੁਬਾਰਾ ਇਸ ਬਾਰੇ ਸੋਚਾਂਗੇ। ਵਿਗਿਆਪਨ ਦੇਣ ਵਾਲਿਆਂ ਜਾਂ ਡੋਨੇਸ਼ਨ ਸਵੀਕਾਰ ਕਰਨ ਵਾਲੇ ਹੋਰਨਾਂ ਵਾਂਗ ਅਸੀਂ ਕਿਸੇ ਵੀ ਨਵੀਂ ਜਾਣਕਾਰੀ ਵਾਸਤੇ ਉਚਿਤ ਜਵਾਬ ਦੇਵਾਂਗੇ। ਕੈਨੇਡਾ ਦੇ ਮੁੱਖ ਸੂਚਨਾ ਅਧਿਕਾਰੀ ਨੇ ਟਿਕਟੌਕ ਦੀ ਸਮੀਖਿਆ ਵਿੱਚ ਪਾਇਆ ਕਿ ਟਿਕਟੌਕ ਦੇ ਡਾਟਾ ਇਕੱਠਾ ਕਰਨ ਦੇ ਤਰੀਕੇ ਸਾਈਬਰ ਹਮਲੇ ਦਾ ਕਾਰਨ ਬਣ ਸਕਦੇ ਨੇ। ਸਮੀਖਿਆ ਵਿੱਚ ਪਾਇਆ ਗਿਆ ਕਿ ਇਹ ਐਪ ਸੁਰੱਖਿਆ ਵਾਸਤੇ ਸਹੀ ਨਹੀਂ ਹੈ। ਇਸ ਤੋਂ ਬਾਅਦ ਫੈਡਰਲ ਸਰਕਾਰ ਅਤੇ ਹਾਊਸ ਆਫ ਕਾਮਨਸ ਨੇ ਪਿਛਲੇ ਹਫ਼ਤੇ ਸਰਕਾਰ ਵੱਲੋਂ ਜਾਰੀ ਡਿਵਾਈਸਾਂ ਤੋਂ ਟਿਕਟੌਕ ਬੈਨ ਕਰਨ ਦਾ ਫੈਸਲਾ ਲਿਆ। ਅਮਰੀਕਾ ਅਤੇ ਯੂਰਪੀਅਨ ਯੂਨੀਅਨ ਵੱਲੋਂ ਵੀ ਅਜਿਹੇ ਕਦਮ ਚੁੱਕੇ ਗਏ ਹਨ। ਕਿਬਿਕ, ਮੈਨੀਟੋਬਾ, ਸਸਕੈਚੁਆਨ ਤੇ ਨੋਵਾ ਸਕੋਸ਼ੀਆ ਵੱਲੋਂ ਵੀ ਇਸੇ ਤਰ੍ਹਾਂ ਦੇ ਬੈਨ ਲਗਾਏ ਜਾ ਚੁੱਕੇ ਨੇ। ਬ੍ਰੌਡਬੈਂਡ ਇੰਸਟੀਚਿਊਟ ਦੀ ਸਾਲਾਨਾ ਇਜਲਾਸ ਵਿੱਚ ਸ਼ਾਮਲ ਹੋਣ ਵਾਲੇ ਸਿਆਸੀ ਮਹਿਮਾਨਾਂ ਵਿੱਚ ਐਨਡੀਪੀ ਲੀਡਰ ਜਗਮੀਤ ਸਿੰਘ ਅਤੇ ਲੇਬਰ ਮਿਨਿਸਟਰ ਵੀ ਸ਼ਾਮਲ ਹਨ। ਦੱਸੀਏ ਕਿ ਜਗਮੀਤ ਸਿੰਘ ਅਤੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਨੇ ਕਿਹਾ ਕਿ ਉਹ ਟਿਕਟੌਕ ਦਾ ਇਸਤੇਮਾਲ ਮੁਅੱਤਲ ਕਰ ਦੇਣਗੇ। ਟ੍ਰੈਜ਼ਰੀ ਬੋਰਡ ਦੀ ਪ੍ਰੈਜ਼ੀਡੈਂਟ ਨੇ ਕਿਹਾ ਕਿ ਸਾਰੇ ਲਿਬਰਲ ਐਮਪੀਜ਼ ਨੂੰ ਆਪਣੇ ਟਿਕਟੌਕ ਖਾਤਿਆਂ ਨੂੰ ਮੁਅੱਤਲ ਕਰਨ ਅਤੇ ਆਪਣੇ ਦਫ਼ਤਰੀ ਤੇ ਨਿੱਜੀ ਡਿਵਾਈਸਾਂ ਤੋਂ ਐਪ ਨੂੰ ਹਟਾਉਣ ਵਾਸਤੇ ਕਿਹਾ ਗਿਆ ਹੈ। ਚੀਨ ਨੇ ਸਾਲ 2017 ਵਿੱਚ ਇੱਕ ਕਾਨੂੰਨ ਪਾਸ ਕੀਤਾ ਸੀ, ਜਿਸ ਤਹਿਤ ਕੰਪਨੀ ਦੇਸ਼ ਦੀ ਰਾਸ਼ਟਰੀ ਸੁਰੱਖਿਆ ਨਾਲ ਸੰਬੰਧਿਤ ਕੋਈ ਵੀ ਨਿੱਜੀ ਡਾਟਾ ਸਰਕਾਰ ਨੂੰ ਦੇਣ ਵਾਸਤੇ ਪਾਬੰਦ ਹੈ। ਪਰ ਇਸ ਗੱਲ ਦਾ ਕੋਈ ਵੀ ਸਬੂਤ ਨਹੀਂ ਹੈ ਕਿ ਟਿਕਟੌਕ ਨੇ ਕੋਈ ਜਾਣਕਾਰੀ ਅੱਗੇ ਪਹੁੰਚਾਈ ਹੈ। ਵਿਰੋਧੀ ਧਿਰ ਦੇ ਲੀਡਰ ਵੱਲੋਂ ਖਾਸ ਗੱਲਾਂ ਦਾ ਜ਼ਿਕਰ ਕੀਤਾ ਗਿਆ ਤੇ ਉਹਨਾਂ ਨੇ ਦੱਸਿਆ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। ਪੀਅਰ ਪੋਲੀਏ ਵੱਲੋਂ ਇਸ ਦੀ ਵੀਡੀਓ ਖੁਦ ਸੋਸ਼ਲ ਮੀਡੀਆ ਪਲੇਟਫਾਰਮ ਦੇ ਰਾਹੀਂ ਸਾਂਝੀ ਕੀਤੀ ਗਈ ਹੈ। ਕੰਜ਼ਰਵੇਟਿਵ ਪਾਰਟੀ ਦੇ ਲੀਡਰ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਜੇਕਰ ਤੁਸੀਂ ਗ੍ਰੇਟਨੈਸ ਦੇਖਣਾ ਚਾਹੁੰਦੇ ਹੋ ਤਾਂ ਉੱਤੇ ਨਾ ਦੇਖੋ ਬਲਕਿ ਆਪਣੇ ਆਲੇ ਦੁਆਲੇ ਦੇਖੋ। ਇਸ ਮੌਕੇ ਤੇ ਪੀਅਰ ਪੋਲੀਏ ਵੱਲੋਂ ਆਪਣੇ ਵਿਚਾਰ ਸੋਸ਼ਲ ਮੀਡੀਆ ਰਾਹੀਂ ਵੀ ਸਾਂਝੇ ਕੀਤੇ ਗਏ ਨੇ। ਕੀ ਕਹਿਣਾ ਹੈ ਉਹਨਾਂ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। If you want to see greatness, don't look up. Look around you. You will see it in the oil-stained shirt of the mechanic who can take apart and put back together an engine. You will see it
in the hands of the farmer who must understand the sciences of the weather, the soil, the commodity prices to bring food from his field to your fork. You will see it in the electrician who can send lightning shooting through a copper wire to light up your home. Often these common people are called ordinary people, but they are not ordinary, my friends. They are extraordinary. Or that waitress that can serve 15 tough customers at the same time and be on her feet all day, yet have enough energy when she gets home to help her son with math homework, and yet pay all her bills on a minimum wage salary. She is not ordinary, she is extraordinary. The police officer who dodges bullets by day and tucks his children in at night is not ordinary, he is extraordinary. That is the goodness, the greatness, and even the genius of the common people, the common sense of the common people, striving for the purpose of their common home. Our common democratic home is the House of Commons. That's why it has its name. It's green because the first commoners met in the fields of England, and over 800 years they wrestled power away from the aristocracy and the crown to make themselves masters in their own homeland. We, all of us members of Parliament, must always remember what this government has forgot. We are servants and not masters. It is the common people who are masters in this land. ਜਹਾਜ਼ ਨਾਲ ਹਾਦਸਾ ਵਾਪਰਿਆ ਜਿੱਥੇ ਇੱਕ ਦੀ ਜਾਨ ਚਲੀ ਗਈ ਤੇ 2 ਜਾਣੇ ਜ਼ਖਮੀ ਹੋਏ ਨੇ। ਅਧਿਕਾਰੀਆਂ ਵੱਲੋਂ ਹਾਦਸੇ ਦੇ ਕਾਰਨ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਅਜੇ ਤੱਕ ਉਹਨਾਂ ਵੱਲੋਂ ਪੀੜਤਾਂ ਦੇ ਨਾਮ ਜਨਤਕ ਨਹੀਂ ਕੀਤੇ ਗਏ। ਅਮਰੀਕਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ। ਹਾਦਸਾ ਵਾਪਰਨ ਕਾਰਨ ਇੱਕ ਵਿਅਕਤੀ ਦੀ ਜਾਨ ਚਲੀ ਗਈ ਤੇ 2 ਜਾਣੇ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ। ਅਧਿਕਾਰੀਆਂ ਵੱਲੋਂ ਇਸ ਬਾਰੇ ਜੋ ਅਪਡੇਟ ਜਾਰੀ ਕੀਤੀ ਗਈ ਉੱਥੇ ਦੱਸਿਆ ਗਿਆ ਕਿ ਹਵਾਈ ਅੱਡੇ ਤੇ ਵਾਪਸ ਜਾਣ ਦੀ ਜਹਾਜ਼ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿਸ ਦੌਰਾਨ ਇੱਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਦੌਰਾਨ ਪਾਇਲਟ ਦੁਆਰਾ ਧੂਏ ਦੀ ਸੂਚਨਾ ਮਿਲਣ ਤੋਂ ਬਾਅਦ ਵਿਅਕਤੀ ਦੀ ਮੌਤ ਹੋ ਗਈ। 2 ਹੋਰ ਜਾਣੇ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ। ਅਧਿਕਾਰੀਆਂ ਵੱਲੋਂ ਕਿਹਾ ਗਿਆ ਕਿ ਪਾਈਪਰ PA 28 ਜਹਾਜ਼ ਦੁਪਹਿਰ 2:58 ਦੇ ਕਰੀਬ ਨਿਊਯਾਰਕ ਸਿਟੀ ਤੋਂ 32 ਕਿਲੋਮੀਟਰ ਪੂਰਬ ਵਿੱਚ ਫਾਰਮਿੰਗਡੇਲ ਸਥਿਤ ਰਿਪਬਲਿਕ 에ਅਰਪੋਰਟ ਤੇ ਐਮਰਜੈਂਸੀ ਲੈਂਡਿੰਗ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋਇਆ। ਜਹਾਜ਼ ਦਰਖਤਾਂ ਵਾਲੇ ਖੇਤਰ ਵਿੱਚ ਕ੍ਰੈਸ਼ ਹੋ ਗਿਆ। ਇਸ ਜਹਾਜ਼ ਨੇ ਉਸੇ ਹਵਾਈ ਅੱਡੇ ਤੋਂ ਦੁਪਹਿਰ 2:18 ਤੇ ਉਡਾਨ ਭਰੀ ਸੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਦਸੇ ਵਿੱਚ ਜਹਾਜ਼ 'ਚ ਸਵਾਰ ਇੱਕ ਵਿਅਕਤੀ ਦੀ ਜਾਨ ਚਲੀ ਗਈ ਤੇ 2 ਜ਼ਖਮੀ ਹੋ ਗਏ। ਇਸ ਦੌਰਾਨ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੂੰ ਵੀ ਸੂਚਨਾ ਦਿੱਤੀ ਗਈ ਤੇ ਉਹਨਾਂ ਨੇ ਕਿਹਾ ਹੈ ਕਿ ਉਹ ਮਾਮਲੇ ਦੀ ਵਧੇਰੇ ਜਾਂਚ ਪੜਤਾਲ ਕਰ ਰਹੇ ਨੇ। ਫਿਲਹਾਲ ਅਜੇ ਪੀੜਤਾਂ ਦੀ ਪਹਿਚਾਣ ਜਨਤਕ ਨਹੀਂ ਕੀਤੀ ਗਈ। ਪਾਰਟੀ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ, ਜਿਸ ਵੇਲੇ ਗੋਲੀਆਂ ਚੱਲੀਆਂ ਤਾਂ ਹਾਊਸ ਪਾਰਟੀ ਵਿੱਚ 100 ਜਾਣੇ ਮੌਜੂਦ ਸਨ। 2 ਜਾਣਿਆਂ ਦੀ ਜਾਨ ਚਲੀ ਗਈ ਤੇ ਕਈ ਜ਼ਖਮੀ ਦੱਸੇ ਜਾ ਰਹੇ ਨੇ, ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਆਖਿਰਕਾਰ ਗੋਲੀਆਂ ਕਿਸ ਵੱਲੋਂ ਤੇ ਕਿਸ ਕਾਰਨ ਚਲਾਈਆਂ ਗਈਆਂ, ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਮਰੀਕਾ ਦੇ ਜਾਰਜੀਆ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਹਾਊਸ ਪਾਰਟੀ ਦੌਰਾਨ ਗੋਲੀਆਂ ਚੱਲੀਆਂ। ਗੋਲੀ ਲੱਗਣ ਕਾਰਨ 2 ਬੱਚਿਆਂ ਦੀ ਜਾਨ ਚਲੀ ਗਈ ਤੇ 6 ਜ਼ਖਮੀ ਹੋਏ ਨੇ। ਅਧਿਕਾਰੀਆਂ ਵੱਲੋਂ ਇਸ ਘਟਨਾ ਦੇ ਸੰਬੰਧ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ ਹਾਊਸ ਪਾਰਟੀ ਦੌਰਾਨ ਗੋਲੀਬਾਰੀ ਹੋਈ ਹੈ। ਗੋਲੀ ਲੱਗਣ ਕਾਰਨ 2 ਲੜਕਿਆਂ ਦੀ ਮੌਤ ਹੋ ਗਈ ਤੇ 6 ਜਾਣੇ ਜ਼ਖਮੀ ਦੱਸੇ ਜਾ ਰਹੇ ਨੇ। ਗੋਲੀਬਾਰੀ ਦੀ ਇਹ ਘਟਨਾ ਐਟਲਾਂਟਾ ਤੋਂ ਲਗਭਗ 20 ਮੀਲ ਪੱਛਮ ਵਿੱਚ ਹੈ, ਜਿੱਥੇ ਘਰ ਵਿੱਚ ਗੋਲੀਆਂ ਚੱਲੀਆਂ। ਪਾਰਟੀ ਵਿੱਚ 100 ਤੋਂ ਵੱਧ ਲੋਕ ਇਕੱਠੇ ਹੋਏ ਸਨ। ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿ ਰਿਹਾਇਸ਼ ਤੇ ਹੋਈ ਹਾਊਸ ਪਾਰਟੀ ਵਿੱਚ 100 ਤੋਂ ਵੱਧ ਲੋਕ ਸ਼ਾਮਿਲ ਹੋਏ, ਜਿਸ ਦੌਰਾਨ ਅਚਾਨਕ ਗੋਲੀਆਂ ਚੱਲ ਗਈਆਂ। ਗੋਲੀ ਲੱਗਣ ਕਾਰਨ 2 ਬੱਚਿਆਂ ਦੀ ਜਾਨ ਚਲੀ ਗਈ। ਇਸ ਬਾਰੇ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਅਧਿਕਾਰੀਆਂ ਨੇ ਕਿਹਾ ਕਿ ਪਹਿਲਾਂ ਆਪਸ ਦੇ ਵਿੱਚ ਟਕਰਾਅ ਹੋਇਆ, ਜਿਸ ਤੋਂ ਬਾਅਦ ਗੱਲ ਇੱਥੋਂ ਤੱਕ ਪਹੁੰਚ ਗਈ ਕਿ ਗੋਲੀਆਂ ਚੱਲ ਗਈਆਂ। ਇਸ ਮਾਮਲੇ ਦੇ ਸੰਬੰਧ ਵਿੱਚ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ। ਇਸ ਤੋਂ ਇਲਾਵਾ ਸਸਪੈਕਟ ਦੇ ਬਾਰੇ ਵੀ ਕੋਈ ਬਹੁਤੀ ਜਾਣਕਾਰੀ ਅਜੇ ਜਨਤਕ ਨਹੀਂ ਕੀਤੀ ਗਈ। ਅਧਿਕਾਰੀਆਂ ਨੇ ਪੀੜਤਾਂ ਦੇ ਨਾਮ ਵੀ ਸਾਂਝੇ ਨਹੀਂ ਕੀਤੇ। ਉਹਨਾਂ ਦਾ ਕਹਿਣਾ ਹੈ ਕਿ ਮਾਮਲੇ ਦੀ ਵਧੇਰੇ ਜਾਂਚ ਪੜਤਾਲ ਜਾਰੀ ਹੈ, ਜਿਸ ਤੋਂ ਬਾਅਦ ਅਗਲੀ ਅਪਡੇਟ ਦਿੱਤੀ ਜਾਵੇਗੀ। ਬੰਦੂਕ ਦੀ ਨੋਕ ਤੇ 4 ਅਮਰੀਕੀਆਂ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਹੈ, ਜਿਨ੍ਹਾਂ ਨੂੰ ਗੱਡੀ ਵਿੱਚ ਬਿਠਾ ਕੇ ਅਗਵਾ ਕੀਤਾ ਗਿਆ। FBI ਵੱਲੋਂ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਉਹ ਮਾਮਲੇ ਦੀ ਜਾਂਚ ਕਰ ਰਹੇ ਨੇ। 4 ਅਮਰੀਕੀਆਂ ਨੂੰ ਅਗਵਾ ਕਰਨ ਦੀ ਖਬਰ ਸਾਹਮਣੇ ਆਈ ਹੈ। ਇਸ ਬਾਰੇ FBI ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਕਿ 4 US ਸਿਟੀਜ਼ਨਸ ਨੂੰ ਬੰਦੂਕ ਦੀ ਨੋਕ ਦੇ ਉੱਪਰ ਮੈਕਸੀਕੋ ਵਿੱਚ ਅਗਵਾ ਕੀਤਾ ਗਿਆ ਹੈ। ਇਹ ਅਗਵਾਈ ਉਹਨਾਂ ਦੀ ਮੈਕਸੀਕੋ ਬਾਰਡਰ ਤੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹਨਾਂ 4 ਅਮਰੀਕੀਆਂ ਨੂੰ ਵਾਹਨ ਦੇ ਵਿੱਚ ਬਿਠਾਇਆ ਗਿਆ। ਜਿਨ੍ਹਾਂ ਨੇ ਅਗਵਾ ਕੀਤਾ ਉਹਨਾਂ ਦੇ ਕੋਲ ਹਥਿਆਰ ਵੀ ਸਨ।
ਹੁਣ FBI ਵੱਲੋਂ ਇੱਕ ਇਨਾਮ ਜਾਰੀ ਕੀਤਾ ਗਿਆ ਜਿੱਥੇ ਦੱਸਿਆ ਗਿਆ ਕਿ ਜੇਕਰ ਪੀੜਤ ਉਹਨਾਂ ਤੱਕ ਪਹੁੰਚਾਏ ਗਏ ਤਾਂ $50,000 ਦਿੱਤੇ ਜਾਣਗੇ। ਫਿਲਹਾਲ ਇਸ ਮਾਮਲੇ ਦੇ ਸੰਬੰਧ ਵਿੱਚ ਕੋਈ ਬਹੁਤੀ ਜਾਣਕਾਰੀ ਜਨਤਕ ਨਹੀਂ ਕੀਤੀ ਗਈ। ਕਿਹਾ ਜਾ ਰਿਹਾ ਹੈ ਕਿ ਮਾਮਲੇ ਦੀ ਜਾਂਚ ਪੜਤਾਲ ਜਾਰੀ ਹੈ ਤੇ ਇਨ੍ਹਾਂ ਪੀੜਤਾਂ ਦੀ ਭਾਲ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਮੈਕਸੀਕੋ ਦੇ ਵਿੱਚ ਕਿਡਨੈਪ ਕੀਤਾ ਗਿਆ। FBI ਇਸ ਸਾਰੇ ਮਾਮਲੇ ਦੇ ਉੱਪਰ ਆਪਣੀ ਨਜ਼ਰ ਬਣਾਈ ਹੋਈ ਹੈ ਜਿਨ੍ਹਾਂ ਵੱਲੋਂ ਪਲ-ਪਲ ਦੇ ਉੱਪਰ ਇਸ ਸੰਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਹੁਣ ਤੱਕ ਦੀ ਅਪਡੇਟ ਦੇ ਵਿੱਚ ਉਹਨਾਂ ਵੱਲੋਂ ਇਨ੍ਹਾਂ तमाम ਗੱਲਾਂ ਦਾ ਜ਼ਿਕਰ ਕੀਤਾ ਗਿਆ। ਗਾਇਕ ਦੇ ਸ਼ੋਅ ਵਿੱਚ ਗੋਲੀਆਂ ਚੱਲੀਆਂ ਜਿੱਥੇ ਇੱਕ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋਏ ਨੇ। ਗਾਇਕ ਦਾ ਵੀ ਇਸ ਬਾਰੇ ਬਿਆਨ ਸਾਹਮਣੇ ਹੈ ਜਿੱਥੇ ਸੋਸ਼ਲ ਮੀਡੀਆ ਰਾਹੀਂ ਉਹਨਾਂ ਨੇ ਇਸ ਦੀ ਨਿੰਦਾ ਕੀਤੀ ਹੈ। ਫਿਲਹਾਲ ਇਸ ਸੰਬੰਧੀ ਜਾਂਚ ਪੜਤਾਲ ਜਾਰੀ ਹੈ। ਕਨਸਰਟ ਦੇ ਵਿੱਚ ਅਜਿਹਾ ਹਾਦਸਾ ਵਾਪਰਿਆ ਜਿੱਥੇ ਇੱਕ ਦੀ ਜਾਨ ਚਲੀ ਗਈ ਤੇ 9 ਜਾਣੇ ਜ਼ਖਮੀ ਹੋਏ ਨੇ। ਇਹ ਕਨਸਰਟ ਨਿਊਯਾਰਕ ਦੇ ਵਿੱਚ ਹੋ ਰਿਹਾ ਸੀ ਜਿਸ ਬਾਰੇ ਅਧਿਕਾਰੀਆਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਗਲੋਰੇਲਾ ਦੇ ਕਨਸਰਟ ਦੇ ਵਿੱਚ ਗੋਲੀਆਂ ਚੱਲ ਗਈਆਂ। ਦੱਸਿਆ ਜਾ ਰਿਹਾ ਹੈ ਕਿ 11 ਵਜੇ ਦੇ ਕਰੀਬ ਕੁਝ ਲੋਕਾਂ ਨੂੰ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ। ਇਹ ਗੋਲੀਆਂ ਵੈਨਿਊ ਦੇ ਅੰਦਰ ਚੱਲੀਆਂ ਨੇ। ਫਿਰ ਦੇਖਣ ਦੇ ਵਿੱਚ ਆਇਆ ਕਿ ਭੀੜ ਬਾਹਰ ਭੱਜ ਰਹੀ ਸੀ। ਇਸ ਬਾਰੇ ਅਧਿਕਾਰੀਆਂ ਵੱਲੋਂ ਸਟੇਟਮੈਂਟ ਜਾਰੀ ਕਰਦਿਆਂ ਕਿਹਾ ਗਿਆ ਕਿ ਸਾਡੇ ਕੋਲ ਕੋਈ ਵੀ ਸਬੂਤ ਨਹੀਂ ਹੈ ਜਿਸ ਨਾਲ ਪਤਾ ਲੱਗ ਸਕੇ ਕਿ ਕਿਸੇ ਉੱਪਰ ਗੋਲੀਆਂ ਚੱਲੀਆਂ ਜਾਂ ਫਿਰ ਕਿਸੇ ਦੇ ਉੱਪਰ ਚਾਕੂ ਨਾਲ ਹਮਲਾ ਕੀਤਾ ਗਿਆ ਹੈ। ਇਸ ਦੌਰਾਨ 33 ਸਾਲਾ ਔਰਤ ਦੀ ਜਾਨ ਚਲੀ ਗਈ ਤੇ 2 ਹੋਰ ਗੰਭੀਰ ਹਾਲਤ ਵਿੱਚ ਦੱਸੇ ਜਾ ਰਹੇ ਨੇ ਜਿਨ੍ਹਾਂ ਦਾ ਮੌਜੂਦਾ ਸਮੇਂ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਇਸ ਤੋਂ ਇਲਾਵਾ ਹੋਰ ਜੋ 7 ਜਾਣੇ ਜ਼ਖਮੀ ਹੋਏ ਉਹਨਾਂ ਨੂੰ ਲੋਕਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਹੁਣ ਇਸ ਮਾਮਲੇ ਦੇ ਬਾਰੇ ਆਰਟਿਸਟ ਗਲੋਰੇਲਾ ਦਾ ਵੀ ਇੱਕ ਟਵੀਟ ਸਾਹਮਣੇ ਆਇਆ ਜਿੱਥੇ ਉਹਨਾਂ ਨੇ ਇਸ ਦੀ ਨਿੰਦਾ ਕੀਤੀ ਹੈ ਤੇ ਨਾਲ ਹੀ ਉਹਨਾਂ ਨੇ ਇਹ ਦੁਆ ਕੀਤੀ ਕਿ ਸਾਰੇ ਠੀਕ ਹੋਣ। ਆਫੀਸਰਸ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਵਧੇਰੇ ਜਾਂਚ ਕਰ ਰਹੇ ਨੇ ਜਿਸ ਤੋਂ ਬਾਅਦ ਅਗਲੀ ਅਪਡੇਟ ਜਾਰੀ ਕੀਤੀ ਜਾਵੇਗੀ। ਇੱਕ ਸਮਾਗਮ ਦੇ ਵਿੱਚ ਰਾਸ਼ਟਰਪਤੀ ਬਾਈਡਨ ਵੱਲੋਂ ਸ਼ਿਰਕਤ ਕੀਤੀ ਗਈ ਹੈ। ਸਮਾਗਮ ਦੇ ਬਾਰੇ ਗੱਲ ਕਰਦੇ ਹੋਏ ਉਹ ਦਿਖਾਈ ਦਿੱਤੇ ਨੇ। ਇਸ ਮੌਕੇ ਤੇ ਉਹਨਾਂ ਨੇ ਵੀਡੀਓ ਖੁਦ ਦੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਰਾਹੀਂ ਸਾਂਝੀ ਕੀਤੀ। ਰਾਸ਼ਟਰਪਤੀ ਜੋ ਬਾਈਡਨ ਵੱਲੋਂ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਫਾਇਰ ਫਾਈਟਰਸ ਲੈਜਿਸਲੇਟਿਵ ਕਾਨਫਰੰਸ ਵਿੱਚ ਹਿੱਸਾ ਲਿਆ ਗਿਆ ਜਿੱਥੇ ਰਾਸ਼ਟਰਪਤੀ ਇਸ ਮੌਕੇ ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦਿਖਾਈ ਦਿੱਤੇ। ਉਹਨਾਂ ਨੇ ਇਹ ਵੀਡੀਓ ਖੁਦ ਦੇ ਸੋਸ਼ਲ ਮੀਡੀਆ ਪਲੇਟਫਾਰਮ ਉੱਪਰ ਵੀ ਸਾਂਝੀ ਕੀਤੀ ਹੈ। ਕੀ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਂਦੇ ਹਾਂ। We all either became firefighters, cops, or priests, and here I am. I wasn't qualified for any of them. But folks, it's been part of my career my whole life, and I'm not going to go through it all, but you literally, my fire company at home saved my life. I came back from a trip after being away for a couple of days, and I had these terrible headaches, was diagnosed with having anyway, they had to take the top of my head off a couple times, see if I had a brain. But all kidding aside, what happened was it was a snowstorm and I had a cranial aneurysm, and I had to be operated on immediately. And the doc who was going to do it was the best doc who was around, who was down at Walter Reed because he had operated on so many folks. And I couldn't get down. The Republican president, offered me the Marine One to get down, but they couldn't fly because of the weather. So my fire company got me down in the middle of a snowstorm for a 9-hour operation. Saved my life. You saved the life of my sons and my 2 sons when my wife and daughter were killed right after I got elected. Tractor trailer broadside them, killed my wife, killed my daughter. And my 2 boys were on top of their dead sister and mom they tell me I never wanted to know the detail, but up to close to 3 hours took my fire company the jaws of life to get them out and get them to the hospital. When I was down doing the last show with Tim Russert, Meet the Press, the last show he had done, lightning struck in a pond behind my house, went up underneath conduit, caught fire underneath the floorboards of my house. And it was during the summer, air conditioning was on, smoke that thick, all 3 stories. The reason I can show you that is because every piece of furniture had to be replaced because of the smoke. But guess what? My fire company was there to go in and save my wife, get her out, the cat, and my 67 Corvette. ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਭਾਰਤੀਆਂ ਨੂੰ ਕਿਵੇਂ ਮਿਲੇਗਾ 2 ਸਾਲ ਦਾ ਵਰਕ ਪਰਮਿਟ?
ਟੂਰਿਸਟ ਵੀਜ਼ਾ ਵਾਲਿਆਂ ਲਈ ਹੋਇਆ ਐਲਾਨ। ਜਗਮੀਤ ਸਿੰਘ ਨੇ ਚੁੱਕੇ ਵੱਡੇ ਮੁੱਦੇ, ਸਿਹਤ ਤੇ ਚੋਣਾਂ ਦਾ ਕੀਤਾ ਜ਼ਿਕਰ। ਇੱਕ ਵਿਅਕਤੀ ਤੇ ਚਾਕੂ ਨਾਲ ਹਮਲਾ, ਪੁਲਿਸ ਕਰ ਰਹੀ ਹੈ ਦੋਸ਼ੀਆਂ ਦੀ ਭਾਲ। ਆਰਸੀਐਮਪੀ ਕਮਿਸ਼ਨਰ ਨਿਯੁਕਤ ਕਰਨ ਬਾਰੇ ਬੋਲੇ ਟਰੂਡੋ, ਮੂਲ ਨਿਵਾਸੀ ਭਾਈਚਾਰੇ ਵਾਸਤੇ ਵੀ ਉੱਠੀ ਆਵਾਜ਼। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਬਚਾਓ।